आओ सुनिए स्वै जीवनी अंश मेरियां ਧੀਆਂ ਮੇਰੇ ਖੰਭ, ਜੋ ਕਿ ਅਜੀਤ ਕੌਰ ਜੀ ਦੀ ਸਵੈ ਜੀਵਨੀ ਜੋ 2 ਭਾਗਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਇੱਕ ਖਾਨਾ ਬਦੋਸ਼ ਤੇ ਕੂੜਾ ਕਬਾੜਾ। ਜੋ ਕੂੜਾ ਕਬਾੜਾ ਹੈ ਉਸ ਦੇ ਵਿੱਚੋਂ ਇਹ ਅੰਸ਼ ਲਿਆ ਗਿਆ ਹੈ, ਮੇਰੀਆਂ ਧੀਆਂ ਮੇਰੇ ਖੰਭ। ਇਸ ਸਵੈ ਜੀਵਨੀ ਵਿੱਚ ਜੋ ਲੇਖਿਕਾ ਹੈ ਉਸਨੇ ਆਪਣੀ ਧੀਆਂ ਨਾਲ ਆਪਣੇ ਭਾਵਾਤਮਕ ਰਿਸ਼ਤੇ ਨੂੰ ਪੇਸ਼ ਕੀਤਾ ਹੈ। ਲੇਖਿਕਾ ਇਹ ਦੱਸਣ ਦਾ ਯਤਨ ਵੀ ਕਰਦੀ ਹੈ ਕਿ ਬੱਚੇ ਆਪਣੇ ਆਲੇ ਦੁਆਲੇ ਤੋਂ ਅਭਿੱਜ ਨਹੀਂ ਰਹਿ ਸਕਦੇ। ਲੇਖਿਕਾ ਨੇ ਧੀਆਂ ਨੂੰ ਭਾਰ ਸਮਝਣ ਦਾ ਸਮਾਜਿਕ ਜੋ ਨਜ਼ਰੀਆ ਹੈ ਉਸ ਨੂੰ ਬਹੁਤ ਕੁ ਸਿਫਤ ਉਸਦੀ ਕੀਤੀ ਹੈ। ਠੀਕ ਹੈ ਨਾ। ਉਹ ਆਪਣੀ ਧੀਆਂ ਦਾ ਬਹੁਤ ਸ਼ਿੱਦਤ ਨਾਲ ਪਿਆਰ ਕਰਦੀ ਹੈ। ਤੇ ਚਲੋ ਫਿਰ ਆਪਾਂ ਪੜ੍ਹੀਏ। ਮੇਰੀਆਂ ਧੀਆਂ ਮੇਰੇ ਖੰਭ। ਆਪਣੀਆਂ ਧੀਆਂ ਅਰਪਣਾ ਤੇ ਕੈਂਡੀ ਨੂੰ ਮੈਂ ਕਦੇ ਵੀ ਭਾਰ ਨਹੀਂ ਸਮਝਿਆ। ਉਹ ਤਾਂ ਮੇਰੇ 2 ਖੰਭ ਸਨ। ਖੈਰ, ਜਦੋਂ ਮੇਰੇ ਪਤੀ ਰਾਜ ਦੀਆਂ ਧਮਕੀਆਂ ਹੋਰ ਵਧੀਆਂ ਤਾਂ ਮੈਂ ਆਪਣੀਆਂ ਦੋਹਾਂ ਧੀਆਂ ਨੂੰ ਸ਼ਿਮਲੇ ਲੈ ਗਈ ਤੇ ਆਕਲੈਂਡ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਜ਼ਾਹਿਰ ਹੈ 2 ਬੱਚੀਆਂ ਦਾ ਐਡੇ ਕੌਨਵੈਂਟ ਸਕੂਲ ਦਾ ਤੇ ਉਹਦੇ ਹੋਸਟਲ ਦਾ ਖਰਚ ਮੇਰੇ ਵਿੱਤ ਤੋਂ ਬਾਹਰ ਸੀ। ਵੇਚਣ ਜੋਗਾ ਕੁਝ ਨਹੀਂ ਸੀ ਮੇਰੇ ਕੋਲ, ਨਾ ਗਹਿਣੇ, ਨਾ ਕੱਪੜੇ, ਨਾ ਕੋਈ ਜਾਇਦਾਦ। ਨੰਗੇ ਅਸਮਾਨ ਹੇਠਾਂ ਧੁੱਪਾਂ ਨਾਲ ਝੁਲਸੀ ਜ਼ਮੀਨ ਉੱਤੇ ਮੈਂ ਇਕੱਲੀ ਖਲੋਤੀ ਸਾਂ, ਆਪਣੀਆਂ ਦੋਹਾਂ ਬੱਚੀਆਂ ਨੂੰ ਆਪਣੇ ਹੀ ਪਿੰਡੇ ਓਲੇ ਲੁਕਾ ਲੈਣ ਦੀ ਕੋਸ਼ਿਸ਼ ਕਰਦੀ, ਜਿਸ ਤਰ੍ਹਾਂ ਕੁਕੜੀ ਆਪਣੇ ਚੂਜ਼ਿਆਂ ਨੂੰ ਆਪਣੇ ਖੰਭਾਂ ਹੇਠ ਲੁਕਾ ਲੈਂਦੀ ਹੈ। ਪਰ ਮੇਰੇ ਤੇ ਖੰਭ ਵੀ ਖੋਹੇ ਜਾ ਚੁੱਕੇ ਸਨ। ਖੁੱਸੇ ਖੰਭਾਂ ਵਾਲਾ ਨੰਗਾ ਬੁੱਚਾ ਜਿਸਮ, ਜਿਸ ਦੇ ਗੁਲਾਬੀ ਗੋਸ਼ਤ ਵਿੱਚੋਂ ਅਜੇ ਵੀ ਲਹੂ ਦੇ ਤੁਪਕੇ ਚੋ ਰਹੇ ਸਨ। ਹੈਰਤ ਏ ਕਿ ਇੰਨਾ ਚਿਰ ਪਹਿਲੋਂ ਜ਼ਿਬਾ ਕੀਤਾ ਮੇਰਾ ਜਿਸਮ ਅਜੇ ਵੀ ਨਿੱਘਾ ਸੀ। ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਨਾਂ ਮਿਸ ਹਕੀਮ ਸੀ। ਕਾਫੀ ਅੰਗਰੇਜ਼ੀ ਵਜਾਕਤਾ ਦੀ ਔਰਤ, ਬਹੁਤ ਸਿਆਣੀ ਤੇ ਦਾਨੀ ਬਜ਼ੁਰਗ ਸ਼ਖਸੀਅਤ, ਸ਼ਾਇਦ ਐਂਗਲੋ ਇੰਡੀਅਨ ਹੋਵੇਗੀ। ਪੂਰੀ ਉਮਰ ਉਹਨੇ ਆਕਲੈਂਡ ਸਕੂਲ ਵਿੱਚ ਹੀ ਬਿਤਾ ਦਿੱਤੀ ਸੀ, ਪਹਿਲੋਂ ਪੜ੍ਹਾਉਂਦਿਆਂ ਤੇ ਹੁਣ ਪ੍ਰਿੰਸੀਪਲ ਹੀ ਕਰਦਿਆਂ। ਮੈਂ ਉਸ ਨੂੰ ਸਾਰੀ ਗੱਲ ਦੱਸੀ। ਟੁੱਟੇ ਹੋਏ ਘਰ ਦੀਆਂ ਟੁੱਟੀਆਂ ਹੋਈਆਂ ਕੰਧਾਂ ਦੀਆਂ ਵਿਰਲਾਂ ਵਿੱਚੋਂ ਉੱਗੀਆਂ 2 ਮਾਸੂਮ ਕਲੀਆਂ ਦੀ ਗੱਲ, ਜਿਹੜੀਆਂ ਮੇਰੀਆਂ ਬੱਚੀਆਂ ਸਨ। ਉਹਨਾਂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਰਟੀਫਿਕੇਟ ਵਿਖਾਈ। ਦੋਵੇਂ ਆਪਣੀਆਂ ਜਮਾਤਾਂ ਵਿੱਚੋਂ ਟੌਪ ਕਰਦੀਆਂ ਰਹੀਆਂ ਸਨ ਹਮੇਸ਼ਾ। ਮਿਸ ਹਕੀਮ, ਤੁਸੀਂ ਇਹਨਾਂ ਦੇ ਟੈਸਟ ਲੈ ਲਵੋ। ਜੇ ਤੁਸੀਂ ਦਾਖਲ ਕਰੋਗੇ ਤਾਂ ਮੈਂ ਝਟਪਟ ਦਿੱਲੀ ਜਾ ਕੇ ਇਰਵਨ ਸਕੂਲ ਤੋਂ ਇਹਨਾਂ ਦੇ ਸਕੂਲ ਲਿਵਿੰਗ ਸਰਟੀਫਿਕੇਟ ਲੈ ਆਵਾਂਗੀ। ਹਾਲੀ ਇਸ ਕਰਕੇ ਨਹੀਂ ਲਿਆਂਦੇ ਕਿ ਕੀ ਪਤਾ ਇੱਥੇ ਦਾਖਲਾ ਮਿਲਦਾ ਹੈ ਕਿ ਨਹੀਂ। ਉਹਨੇ ਕਿਹਾ, ਇੰਨੇ ਵਧੀਆ ਨੰਬਰ ਲੈ ਕੇ ਪਾਸ ਹੋਣ ਵਾਲੇ ਬੱਚਿਆਂ ਦੇ ਟੈਸਟ ਕੀ ਲੈਣੇ, ਸਮਝੋ ਹੋ ਗਈਆਂ ਦਾਖਲ। ਦਿੱਲੀ ਜਾ ਕੇ ਸਕੂਲ ਲਿਵਿੰਗ ਸਰਟੀਫਿਕੇਟ ਵੀ ਲੈ ਆ ਤੇ ਇਹਨਾਂ ਦੇ ਕੱਪੜੇ ਵੀ। ਤੇ ਉਹਨੇ ਇੱਕ ਲੰਮੀ ਚੌੜੀ ਲਿਸਟ ਮੈਨੂੰ ਫੜਾ ਦਿੱਤੀ। 6 ਯੂਨੀਫਾਰਮਾਂ, 4 ਸਵੈਟਰ, 2 ਕੋਟ, 6 ਜੋੜੇ ਗਰਮ ਜੁਰਾਬਾਂ ਦੇ, 6 ਜੋੜੇ ਕਾਟਨ ਦੀਆਂ ਸਫੇਦ ਜੁਰਾਬਾਂ, 2 ਬੂਟ ਯੂਨੀਫਾਰਮਾਂ ਨਾਲ, ਇੱਕ ਬੂਟ ਸੈਰ ਕਰਨ ਜਾਣ ਵਾਲਾ, ਇੱਕ ਕੈਨਵਸ ਸ਼ੂ ਸਪੋਰਟਸ ਵਾਸਤੇ, 12 ਰੁਮਾਲ, 6 ਗਰਮ ਅੰਡਰਵੀਅਰ, 6 ਬਨੈਣਾ, ਕੱਛੀਆਂ ਮਾਲ ਤੇ ਜਾਂ ਸਿਨੇਮਾ ਜਾਂ ਸਕੇਟਿੰਗ ਜਾਣ ਵਾਲੀਆਂ ਘੱਟੋ ਘੱਟ 2 ਚੰਗੀਆਂ ਜਿਹੀਆਂ ਫਰਾਕਾਂ, ਇੱਕ ਡਰੈਸ ਐਨੂਅਲ ਡੇ ਨੂੰ ਪਾਉਣ ਲਈ। ਐਨੂਅਲ ਡੇ ਆਕਲੈਂਡ ਸਕੂਲ ਦਾ ਤੇ ਆਕਲੈਂਡ ਦੇ ਬ੍ਰਦਰ ਸਕੂਲ ਬਿਸ਼ਪ ਕਾਟਨ ਦਾ ਇਕੱਠਾ ਹੁੰਦਾ ਏ ਹਮੇਸ਼ਾ। ਇਸ ਕਰਕੇ ਰਜਾਈ, ਤਲਾਈ, ਸਰਾਣਾ, ਚਾਦਰਾਂ ਤੇ ਖੈਰ ਹੋਣਗੀਆਂ ਹੀ। ਪਹਿਲੋਂ ਜਦੋਂ ਉਹਨੇ ਇੰਨੀ ਲੰਮੀ ਚੌੜੀ ਲਿਸਟ ਕੱਢੀ ਤਾਂ ਜ਼ਾਹਿਰ ਹੈ ਮੈਂ ਘਬਰਾ ਗਈ ਸੀ। ਉਹਨੇ ਮੇਰੇ ਮੂੰਹ ਵੱਲ ਤੱਕਿਆ ਤੇ ਕਈ ਚੀਜ਼ਾਂ ਆਪੇ ਹੀ ਕੱਟ ਦਿੱਤੀਆਂ। ਜਿੰਨਾ ਮਰਜ਼ੀ ਇਹ ਪਏ ਕਹੋ ਕਿ ਹਮਦਰਦੀ ਤੋਂ ਤੇ ਰਹਿਮ ਤੋਂ ਨਫ਼ਰਤ ਹੈ ਤੁਹਾਨੂੰ, ਪਰ ਕਈ ਵਾਰ ਇਹ ਵੀ ਚੁੱਪਚਾਪ ਬਰਦਾਸ਼ਤ ਕਰ ਲੈਣੀ ਪੈਂਦੀ ਹੈ। ਹੋਰ ਕੋਈ ਵੀ ਚਾਰਾ ਹੀ ਨਹੀਂ ਹੁੰਦਾ, ਸਿਰਫ ਮਨ ਭਿੱਜ ਆਉਂਦਾ ਏ। ਗਰੀਬੀ ਬੰਦੇ ਨੂੰ ਬੇਹੱਦ ਕਮੀਨਾ ਤੇ ਬੇਸ਼ਰਮ ਬਣਾ ਦਿੰਦੀ ਹੈ। ਗਰੀਬੀ ਵਿੱਚ ਬੰਦਾ ਕੋਈ ਸਮਝੌਤੇ ਸਹਿੰਦਾ ਏ ਤੇ ਕਈ ਸਮਝੌਤੇ ਕਰਨ 'ਤੇ ਮਜਬੂਰ ਵੀ ਹੋ ਜਾਂਦਾ ਹੈ। ਦੋਹਾਂ ਬੇਟੀਆਂ ਨੂੰ ਜਦੋਂ ਮੈਂ ਸਕੂਲ ਵਿੱਚ ਛੱਡ ਕੇ ਆਉਣ ਲੱਗੀ, ਉਹਨਾਂ ਦੇ ਚਿਹਰਿਆਂ 'ਤੇ ਜਲਾਵਤਨੀ ਦਾ ਦਰਦ ਸੀ, ਬੇਕਿਨਾਰ ਧਰਤੀ ਤੋਂ ਅਸਮਾਨ ਤੱਕ ਫੈਲਿਆ ਹੋਇਆ। ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ,
ਕਿ ਇਹ ਸਿਰਫ ਵਕਤੀ ਵਿਛੋੜਾ ਏ। ਜਦੋਂ ਉਹਨਾਂ ਦੇ ਪਿਓ ਦਾ ਗੁੱਸਾ ਠੰਡਾ ਹੋ ਗਿਆ ਤੇ ਉਹਨਾਂ ਦੀਆਂ ਧਮਕੀਆਂ ਆਉਣੀਆਂ ਬੰਦ ਹੋ ਗਈਆਂ, ਮੈਂ ਉਹਨਾਂ ਨੂੰ ਵਾਪਸ ਲੈ ਜਾਵਾਂਗੀ। ਇਹ ਮੁਸੀਬਤ ਸਾਡੇ ਤਿੰਨਾਂ 'ਤੇ ਆਈ ਏ, ਤਿੰਨਾਂ ਨੇ ਰਲ ਕੇ ਕੱਟਣੀ ਏ। ਬੱਚਿਆਂ ਦੇ ਖਾਮੋਸ਼ ਚਿਹਰਿਆਂ ਦੇ ਪਿੱਛੇ ਜਦੋਂ ਖਾਮੋਸ਼ ਵੇਦਨਾ ਸਿਸਕਦੀ ਹੈ, ਮਾਂ ਵਾਸਤੇ ਉਹ ਦੁਨੀਆ ਦੀ ਸਭ ਤੋਂ ਵੱਡੀ ਖੌਫਨਾਕ ਤੇ ਹੌਲਨਾਕ ਤਕਲੀਫ ਹੁੰਦੀ ਹੈ। ਖਾਮੋਸ਼ ਚਿਹਰਿਆਂ 'ਤੇ ਵੱਡੀਆਂ ਵੱਡੀਆਂ ਆਲੀਆਂ ਭੋਲੀਆਂ ਅੱਖਾਂ ਜਦੋਂ ਲਬਾਲਬ ਭਰੀਆਂ ਆਉਂਦੀਆਂ ਨੇ ਤਾਂ ਮਾਂ ਨੂੰ ਲੱਗਦਾ ਏ ਉਹਨੂੰ ਕੋਈ ਸੂਲੀ 'ਤੇ ਚਾੜ ਕੇ ਭੁੱਲ ਗਿਆ ਏ। ਇੱਕ ਦੂਜੀ ਨੂੰ ਚੁੱਪ ਕਰਵਾਉਂਦੀਆਂ ਅਸੀਂ ਤਿੰਨੇ ਰੋ ਰਹੀਆਂ ਸਾਂ। ਸਾਡੀਆਂ ਜ਼ਿੰਦਗੀਆਂ ਦਾ ਇਹ ਵੀ ਇੱਕ ਸੰਤਾਪ ਸੀ ਜਿਹੜਾ ਅਸੀਂ ਤਿੰਨਾਂ ਨੇ ਰਲ ਕੇ ਭੋਗਣਾ ਸੀ, ਰਲ ਕੇ ਹੰਢਾਣਾ ਸੀ। ਦਾਰ ਜੀ ਨੂੰ ਜਦੋਂ ਵੀ ਮਿਲਣ ਜਾਂਦੀ ਤਕਰੀਬਨ ਹਰ ਐਤਵਾਰ ਉਹ ਇਹੀ ਕਹਿੰਦੇ, ਡੌਲੀ ਵਾਸਤੇ ਕੋਈ ਮੁੰਡਾ ਲੱਭੀਏ। ਕਦੇ ਆਪੇ ਹੀ ਕਿਸੇ ਦੋਸਤ ਰਿਸ਼ਤੇਦਾਰ ਨਾਲ ਗੱਲ ਕਰਕੇ ਦੱਸਦੇ, ਮੁੰਡਾ ਵਕੀਲ ਹੈ, ਪਿਓ ਵੀ ਵਕੀਲ ਹੈ, ਬੜਾ ਮਸ਼ਹੂਰ ਵਕੀਲ ਹੈ, ਲੱਖਾਂ ਦੀ ਕਮਾਈ ਹੈ, ਕੋਠੀ ਹੈ। ਜਾਂ ਮੁੰਡਾ ਡਾਕਟਰ ਏ, ਵਲੈਤ ਜਾਣ ਵਾਲਾ ਏ। ਉਹਦੇ ਮਾਪੇ ਕਹਿੰਦੇ ਨੇ ਵਿਆਹ ਕਰਵਾ ਕੇ ਹੀ ਜਾਏ। ਗੱਲ ਕਰੀਏ ਗੁਆਂਢ ਵਿੱਚ ਸਹਿਗਲ ਸਾਹਿਬ ਸਨ, ਉਹ ਵੀ ਮੁੰਡੇ ਲੱਭਦੇ ਰਹਿੰਦੇ। ਰਜਿੰਦਰ ਸਿੰਘ ਬੇਦੀ ਮੇਰੇ ਜੋ ਅਜ਼ੀਜ਼ ਦੋਸਤ ਵੀ ਇੱਕ ਦਿਨ ਇੱਕ ਮੁੰਡਾ ਲੱਭ ਲਿਆਏ। ਉਹਨਾਂ ਦੀ ਬੇਟੀ ਦਾ ਦਿਓਰ ਸੀ। ਮੈਂ ਕਿਹਾ ਅਜੇ ਨਹੀਂ ਵਿਆਹ ਸ਼ਿਆ ਕਰਨਾ, ਅਜੇ ਤੇ ਉਹ ਪੜ੍ਹੇਗੀ, ਹੁਣੇ ਤੇ ਹਾਲੀ ਉਹਦੀ ਸਕੂਲ ਦੀ ਪੜ੍ਹਾਈ ਖਤਮ ਹੋਈ ਏ ਤੇ ਹੁਣੇ ਤੇ ਉਹ ਕਾਲਜ ਵਿੱਚ ਵੀ ਦਾਖਲ ਹੋਈ ਏ। ਕਹਿਣ ਲੱਗੇ ਵਿਆਹ ਭਾਵੇਂ ਮਗਰੋਂ ਕਰੀ, ਪਰ ਤੈਨੂੰ ਇਹ ਸੋਚਣਾ ਹੀ ਚਾਹੀਦਾ ਏ ਕਿ ਪਿਓ ਇਹਨਾਂ ਦੇ ਸਿਰ 'ਤੇ ਹੈ ਨਹੀਂ। ਜੇ ਕੋਈ ਚੱਜ ਦਾ ਮੁੰਡਾ ਲੱਭਦਾ ਏ ਤਾਂ ਕੁੜਮਾਈ ਕਰ ਦੇਣ ਵਿੱਚ ਕੀ ਹਰਜ ਏ। ਫਿਰ ਉਹ ਘਰ ਦਾ ਹੀ ਮੁੰਡਾ ਏ, ਕੋਈ ਸਵਾਲ ਜਵਾਬ ਨਹੀਂ ਹੋਣਗੇ। ਮੈਂ ਆਪੇ ਸਾਰੀ ਗੱਲ ਠੀਕ ਕਰ ਲਵਾਂਗਾ। ਮੈਂ ਇੰਨਾ ਡਰਦੀ ਸਾਂ ਇਸ ਗੱਲੋਂ ਕਿ ਪਿਓ ਤੋਂ ਬਿਨਾਂ ਇਹਨਾਂ ਕੁੜੀਆਂ ਦਾ ਵਿਆਹ ਹੋ ਵੀ ਸਕੇਗਾ ਕਿ ਨਹੀਂ, ਹੋਵੇਗਾ ਤਾਂ ਕਿਸ ਤਰ੍ਹਾਂ ਹੋਵੇਗਾ। ਅਗਲੇ 100 ਸਵਾਲ ਕਰਨਗੇ ਕਿ ਪਿਓ ਦੀ ਮੌਤ ਤਾਂ ਹੁਣ ਹੋਈ ਏ, ਪਹਿਲੋਂ ਹੀ ਕਿਉਂ ਵੱਖਰੇ ਰਹਿ ਰਹੇ ਸੋ। ਤਾਂ ਕੀ ਜਵਾਬ ਦਿਆਂਗੀ, ਕਿਸ ਤਰ੍ਹਾਂ ਇਹਨਾਂ ਦੇ ਬੇੜੇ ਪਾਰ ਲੱਗਣਗੇ। ਇਹ ਤਾਂ ਡਰਾਉਂਦੇ ਸਨ ਸਾਰੇ। 2-2 ਕੁੜੀਆਂ ਦੀ ਜ਼ਿੰਮੇਵਾਰੀ ਹੈ ਤੇਰੇ ਸਿਰ 'ਤੇ, ਇਕੱਲੀ ਕਿਸ ਤਰ੍ਹਾਂ ਇਹਨਾਂ ਦੇ ਬੇੜੇ ਪਾਰ ਲਾਏਂਗੀ। ਛੇਤੀ ਕਰ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਅੱਖਾਂ ਮੀਟ ਕੇ ਬੈਠਿਆਂ ਤੇ ਨਹੀਂ ਗੁਜ਼ਾਰਾ ਹੋਣਾ। ਜੇ ਕੱਲ੍ਹ ਕੋਈ ਉੱਚੀ ਨੀਵੀਂ ਹੋ ਗਈ। ਸਾਰੇ ਹੀ ਡਰਾਉਂਦੇ ਸਨ ਤੇ ਮੈਂ ਡਰਦੀ ਰਹਿੰਦੀ ਸਾਂ। ਡਰਦਿਆਂ ਹੀ ਹਾਮੀ ਭਰ ਦਿੱਤੀ ਜਦੋਂ ਇੱਕ ਵਾਰੀ ਕਿਸੇ ਨੇ ਕਿਹਾ ਮੇਰਾ ਭਣੇਵਾ ਏ ਨੇਵੀ ਵਿੱਚ ਏ। ਜੇ ਕਵੇਂ ਤਾਂ ਉਹ ਲੋਕ ਘਰ ਆਏ। ਅਰਪਣਾ ਨੂੰ ਨਹੀਂ, ਕੈਂਡੀ ਨੂੰ ਪਸੰਦ ਕਰ ਲਿਆ ਮੁੰਡੇ ਨੇ, ਕਿਉਂਕਿ ਕੈਂਡੀ ਦਾ ਕੱਦ ਉਹਦੇ ਮੇਚ ਦਾ ਸੀ, ਅਰਪਣਾ ਲੰਮੀ ਸੀ। ਮੈਂ ਕਿਹਾ ਛੋਟੀ ਦਾ ਰਿਸ਼ਤਾ ਕਿਸ ਤਰ੍ਹਾਂ ਪੱਕਾ ਕਰ ਦਿਆਂ, ਉਹ ਤੇ ਅਜੇ ਬਹੁਤ ਛੋਟੀ ਹੈ, ਹੁਣੇ ਤੇ ਅਜੇ ਫ੍ਰੈਂਚ ਲਿਟਰੇਚਰ ਦੇ ਫਸਟ ਈਅਰ ਵਿੱਚ ਦਾਖਲ ਹੋਈ ਹੈ JNU ਵਿੱਚ। ਪਰ ਦਾਰ ਜੀ ਨੇ, ਮਾਸੀਆਂ ਨੇ, ਮਾਮਾ ਜੀ ਨੇ, ਆਂਢੀਆਂ ਗੁਆਂਢੀਆਂ ਯਾਨੀ ਕਿ ਸਹਿਗਲ ਸਾਹਿਬ ਨੇ ਇਹੀ ਕਿਹਾ ਫਾਲਤੂ ਦੀਆਂ ਗੱਲਾਂ ਨੇ, ਇਹ ਛੋਟੀ ਤਾਂ ਛੋਟੀ ਹੀ ਸਹੀ, ਅੱਧਾ ਭਾਰ ਤਾਂ ਲਵੇਗਾ, ਸਿਆਣੀ ਬਣ, ਪਿਓ ਸਿਰ 'ਤੇ ਹੈ ਨਹੀਂ, ਤੂੰ ਹੀ ਇਹ ਵੱਡੇ ਕੰਮ ਕਰਨੇ ਨੇ, ਮਤਲਬ ਤੂੰ ਹੀ ਐਡੇ ਵੱਡੇ ਕੰਮ ਕਰਨੇ ਨੇ। ਕੈਂਡੀ ਵੀ ਮੰਨ ਗਈ ਕਿਉਂਕਿ ਮੁੰਡੇ ਨੇ ਉਹਨੂੰ ਯਕੀਨ ਦਿਵਾਇਆ ਸੀ ਕਿ ਉਹਦੀ ਪੜ੍ਹਾਈ ਨਹੀਂ ਛੁੱਟੇਗੀ, ਵਿਆਹ ਤੋਂ ਬਾਅਦ ਵੀ ਬੇਸ਼ੱਕ ਪੜ੍ਹਦੀ ਰਹੇ ਉਹ। ਕੈਂਡੀ ਨੇ ਕਿਹਾ ਫੌਜੀ ਖੁੱਲ੍ਹੇ ਦਿਲ ਦੇ ਹੁੰਦੇ ਨੇ, ਆਮ ਲੋਕਾਂ ਵਾਂਗੂ ਦਕੀਆਨੂਸ ਨਹੀਂ ਹੁੰਦੇ, ਤੁਹਾਡਾ ਭਾਰ ਲਵੇਗਾ ਅੱਧਾ, ਬੇਸ਼ੱਕ ਕਰ ਦਿਓ ਮੇਰਾ ਵਿਆਹ। ਮੇਰੀਆਂ ਬੱਚੀਆਂ ਨੂੰ ਵੀ ਅਹਿਸਾਸ ਸੀ ਕਿ ਉਹ ਭਾਰ ਨੇ। ਇਹ ਕਿਸ ਤਰ੍ਹਾਂ ਹੋ ਗਿਆ, ਮੈਂ ਤੇ ਕਦੀ ਨਹੀਂ ਸੀ ਸੋਚਿਆ ਕਿ ਉਹ ਭਾਰ ਨੇ। ਮੈਂ ਤੇ ਕਦੇ ਨਹੀਂ ਸੀ ਕਿਹਾ ਕਿ ਉਹਨਾਂ ਦਾ ਭਾਰ ਹੈ ਮੇਰੇ ਸਿਰ 'ਤੇ। ਮੇਰੀਆਂ ਤੇ ਉਹ ਹਮਸਫਰ, ਦੋਸਤ, ਹਮਰਾਜ਼, ਦੁੱਖ ਸੁੱਖ ਦੀਆਂ ਭਾਈਵਾਲ ਸਨ। ਮੇਰੇ ਤੇ ਉਹ 2 ਖੰਭ ਸਨ ਜਿਨ੍ਹਾਂ 'ਤੇ ਮੈਂ ਉੜਦੀ ਫਿਰਦੀ ਸਾਂ। ਮੇਰੀ ਖਾਲੀ ਸੱਖਣੀ ਧੂਆਂ ਜ਼ਿੰਦਗੀ ਦੇ ਉਹੀ 2 ਠੋਸ ਹਾਸਲ ਸਨ। ਇਹੋ ਹੀ ਤੇ ਮੈਂ ਕਮਾਇਆ ਸੀ ਇੰਨੇ ਵਰ੍ਹਿਆਂ ਦੀ ਮੁਸ਼ੱਕਤ ਨਾਲ। ਹੁਣ ਤੇ ਉਹ ਸਕੂਲਾਂ ਵਿੱਚੋਂ ਅਵਲ ਨੰਬਰ 'ਤੇ ਪਾਸ ਹੋ ਗਈਆਂ ਸਨ। ਅਰਪਣਾ ਤਾਂ ਪੂਰੇ ਹਿਮਾਚਲ ਵਿੱਚੋਂ ਫਸਟ ਆਈ ਸੀ। ਹੁਣ ਤੇ ਉਹ ਜੋ ਵੀ ਕਰਨਾ ਚਾਹੁੰਦੀਆਂ ਹਨ ਉਹ ਕਰ ਸਕਦੀਆਂ ਹਨ, ਮਤਲਬ ਜੋ ਵੀ ਚਾਹੁਣ ਉਹ ਕਰ ਸਕਦੀਆਂ ਹਨ। ਹੁਣੀ ਤੇ ਅਸੀਂ ਰਲ ਕੇ ਸੈਰ ਕਰਨ ਜਾਣ ਲੱਗੀਆਂ ਸਾਂ। ਪਿਕਚਰਾਂ ਦੇ ਡਰਾਮੇ
ਤੇ ਆਰਟ ਐਗਜ਼ੀਬਿਸ਼ਨਾਂ ਵੇਖਣ ਜਾਣ ਲੱਗੀਆਂ ਸਾਂ ਤੇ ਹੁਣੇ ਹੀ ਰਲ ਕੇ ਆਪਣੀਆਂ ਪੜ੍ਹੀਆਂ ਕਿਤਾਬਾਂ ਦੀਆਂ ਗੱਲਾਂ ਕਰਨ ਲੱਗੀਆਂ ਸਾਂ। ਕਿਤਾਬਾਂ ਵਿੱਚੋਂ ਚੁਣੇ ਟੁਕੜੇ ਇੱਕ ਦੂਜੇ ਨੂੰ ਸੁਣਾਉਣ ਲੱਗੀਆਂ ਸਾਂ। ਹੁਣੇ ਤੇ ਸਾਨੂੰ ਲੱਗਣ ਲੱਗਾ ਸੀ ਕਿ ਅਸੀਂ ਤਿੰਨੇ ਆਪਣੇ ਆਪ ਵਿੱਚ ਮੁਕੰਮਲ ਸਾਂ। ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਸੀ, ਨਾ ਖਾਵੰਦ ਦੀ ਨਾ ਪਿਓ ਦੀ। ਹੁਣ ਤੇ ਸਾਰੀ ਉਹ ਡਹਿਸ ਵੀ ਖਤਮ ਹੋ ਚੁੱਕੀ ਸੀ ਜਿਹੜੀ ਉਹਨਾਂ ਦੇ ਪਿਤਾ ਦੇ ਜਿਉਂਦਿਆਂ ਸਾਡੇ ਆਸ-ਪਾਸ ਗਿੱਧਾਂ ਵਾਂਗੂ ਮੰਡਰਾਇਆ ਕਰਦੀ ਸੀ। ਫਿਰ ਇਹ ਭਾਰ ਦਾ ਅਹਿਸਾਸ ਕਿੱਥੋਂ ਆ ਗਿਆ ਸੀ ਉਹਨਾਂ ਦੇ ਜ਼ਿਹਨ 'ਤੇ? ਆਸ-ਪਾਸ ਵਗਦੀ ਹਵਾ ਕੋਲੋਂ। ਕਿਹੋ ਜਿਹੀ ਹਵਾ ਇਹ ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ ਅਤੇ ਸਾਨੂੰ ਆਪਣੇ ਆਪ ਸਮਝ ਆਉਂਦੀ ਚਲੀ ਜਾਂਦੀ ਹੈ ਕਿ ਦੂਜੇ ਸਾਡੇ ਕੋਲੋਂ ਕੀ ਤਵੱਕੋ ਰੱਖਦੇ ਨੇ। ਜ਼ਿੰਦਗੀ ਦੀ ਬਹੁਤ ਵੱਡੀ ਟ੍ਰੈਜਡੀ ਇਹ ਕਿ ਇਹ ਸਾਰੀ ਸਾਡੀ ਜ਼ਿੰਦਗੀ ਬਸ ਇਸੇ ਕੋਸ਼ਿਸ਼ 'ਚ ਖਰਚ ਹੋ ਜਾਂਦੀ ਹੈ ਕਿ ਇੱਕ ਦੂਜੇ ਦੀਆਂ ਵਹੀਆਂ ਲੀਕਾਂ 'ਤੇ ਕਿਸ ਤਰ੍ਹਾਂ ਤੁਰਨਾ ਹੈ। ਆਪਣਾ ਭਾਰ ਸਾਵਾਂ ਰੱਖਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਹਵਾ ਵਿੱਚ ਅਟਕੇ ਬਾਂਸ 'ਤੇ ਤੁਰਦੇ ਬਾਜ਼ੀਗਰਾਂ ਵਾਂਗੂ, ਇਹੀ ਸੋਚਦਿਆਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਕਰਨਾ ਨਹੀਂ, ਕਾਹਦਾ ਅਤੇ ਕਿਹਦਾ ਖਿਆਲ ਰੱਖਣਾ ਚਾਹੀਦਾ ਹੈ। ਸਾਡੇ ਵਡੇਰੇ ਕੀ ਕਹਿੰਦੇ ਨੇ, ਸਾਡੇ ਦਾਇਰੇ ਵਿੱਚ, ਸਾਡੇ ਆਰਬਿਟ ਵਿੱਚ ਘੁੰਮਣ ਵਾਲੇ ਲੋਕ ਕੀ ਕਹਿੰਦੇ ਨੇ। ਤਮਾਮ ਉਹ ਲੋਕ ਜਿਹੜੇ ਰਿਸ਼ਤੇਦਾਰ ਹੁੰਦੇ ਨੇ, ਦੋਸਤ ਅਖਾਂਦੇ ਨੇ, ਆਂਢ ਗੁਆਂਢ ਵਿੱਚ ਰਹਿੰਦੇ ਨੇ ਅਤੇ ਸਾਡੇ 'ਤੇ ਨਜ਼ਰ ਰੱਖਦੇ ਨੇ। ਮੂੰਹੋਂ ਬੋਲ ਕੇ ਦੱਸਿਆ ਜਾਵੇ ਭਾਵੇਂ ਨਾ ਦੱਸਿਆ ਜਾਵੇ, ਕੁੜੀਆਂ ਕੋਲ ਇੱਕ ਤੀਜੀ ਅੱਖ ਹੁੰਦੀ ਹੈ, ਇੱਕ ਤੀਜਾ ਕੰਨ ਵੀ ਹੁੰਦਾ ਏ। ਉਹ ਆਪਣੇ ਮਾਹੌਲ ਵਿੱਚ, ਹਵਾ ਵਿੱਚ, ਲੋਕਾਂ ਦੀਆਂ ਨਜ਼ਰਾਂ ਵਿੱਚ ਸਾਰਾ ਕੁਝ ਤੱਕ ਲੈਂਦੀਆਂ ਨੇ, ਸੁੰਘ ਲੈਂਦੀਆਂ ਨੇ, ਸੁਣ ਲੈਂਦੀਆਂ ਨੇ। ਗੁਰਬਤ ਤੇ ਮੁਸ਼ੱਕਤ ਕਰਦੀ ਮਾਂ ਤੇ ਘਰ ਵਿੱਚ ਇਕੱਲਿਆਂ ਹੋਣ ਦਾ ਖੌਫ, ਇਹ ਸਾਰਾ ਕੁਝ ਉਹਨਾਂ ਦੇ ਲਹੂ ਵਿੱਚ ਕਦੋਂ ਗਰਦਸ਼ ਕਰਨ ਲੱਗ ਪਿਆ ਹੋਵੇਗਾ ਮੈਨੂੰ ਪਤਾ ਨਹੀਂ ਲੱਗਾ। ਮੈਂ ਤਾਂ ਉਹਨਾਂ ਨੂੰ ਹਰ ਵੇਲੇ ਚੂਜ਼ਿਆਂ ਵਾਂਗੂ ਖੰਭਾਂ ਹੇਠ ਲੁਕਾਈ ਫਿਰਦੀ ਸਾਂ। ਪਰ ਨਹੀਂ, ਕਦੇ ਜ਼ਿੰਦਗੀ ਕੋਲੋਂ ਬਹੁਤ ਥੱਕ ਵੀ ਜਾਂਦੀ ਸਾਂ। ਜ਼ਿੰਦਗੀ ਦੀ ਮਾਰ ਖਾ ਕੇ ਨਿਢਾਲ, ਬੇਵੱਸ, ਮਜਬੂਰ। ਕਦੇ ਬਹੁਤ ਗੁੱਸਾ ਵੀ ਆਉਂਦਾ ਸੀ ਆਪਣੇ ਹਾਲਾਤ ਤੇ, ਆਪਣੀਆਂ ਮਜਬੂਰੀਆਂ ਤੇ, ਆਪਣੀ ਜ਼ਿੰਦਗੀ ਤੇ ਜਿਹੜੀ ਕਿਸੇ ਰੱਸੇ ਪੈੜੇ ਵਿੱਚ ਕਾਬੂ ਹੀ ਨਹੀਂ ਸੀ ਆ ਰਹੀ ਤੇ ਆਪਣੇ ਪਗਲਾਏ ਅੰਨੀ ਦੌੜ ਵਿੱਚ ਦੌੜਦੇ ਸੂਮਾਂ ਹੇਠਾਂ ਮੈਨੂੰ ਹੀ ਮਿੱਧਦੀ ਤੁਰੀ ਜਾਂਦੀ ਸੀ। ਗੁੱਸਾ ਆਉਂਦਾ ਤਾਂ ਉਹਨਾਂ ਵਿਚਾਰੀਆਂ 'ਤੇ ਵੀ ਨਿਕਲਦਾ। ਮਗਰੋਂ ਭਾਵੇਂ ਉਹਨਾਂ ਨੂੰ ਬੁੱਕਲ ਵਿੱਚ ਲੈ ਕੇ ਰੋਂਦੀ ਤੇ ਉਹੀ ਮੈਨੂੰ ਚੁੱਪ ਕਰਾਉਂਦੀਆਂ ਰਹਿੰਦੀਆਂ। ਬੱਚਿਆਂ ਦੇ ਕੋਮਲ ਮਨਾਂ ਵਿੱਚੋਂ ਕਦੋਂ ਕਿਹੜੀ ਛਿਲਤਰ ਚੁੱਭ ਕੇ ਨਾਸੂਰ ਬਣਦੀ ਚਲੀ ਜਾਂਦੀ ਹੈ, ਕੌਣ ਕਹਿ ਸਕਦਾ ਏ। ਇਹ ਤਾਂ ਹੈ ਹੀ ਕਿ ਪਹਿਲੋਂ ਪਿਓ ਦੇ ਘਰ ਵਿੱਚ ਟਹਿ ਕਰਕੇ ਬੋਲਦੀ ਦਹਿਸ਼ਤ ਵੀ ਉਹਨਾਂ ਨੇ ਹੰਢਾਈ ਸੀ। ਮੇਰੀ ਗੁਰਬਤ ਵੀ ਉਹਨਾਂ ਨੇ ਸਹਾਰੀ ਸੀ। ਮੇਰੀਆਂ ਪਰੇਸ਼ਾਨੀਆਂ, ਮੇਰੀਆਂ ਮਜਬੂਰੀਆਂ, ਮੇਰੀ ਖਿੱਚ, ਮੇਰੇ ਸਾਹਾਂ ਵਿੱਚ ਖੌਲਦਾ ਗੁੱਸਾ ਤੇ ਅੰਤਾਂ ਦੀ ਥਕਾਵਟ, ਸਾਰਾ ਕੁਝ ਚੁੱਪਚਾਪ ਉਹਨਾਂ ਨੇ ਵੀ ਝੱਲਿਆ ਹੀ ਸੀ। ਮੈਂ ਰੋਂਦੀ ਹੁੰਦੀ ਤੇ ਉਹ ਚੁੱਪਚਾਪ ਆ ਕੇ ਮੇਰੀ ਪਿੱਠ ਵੱਲੋਂ ਤੇ ਛਾਤੀ ਵੱਲੋਂ ਮੇਰੇ ਨਾਲ ਲਿਪਟ ਜਾਂਦੀਆਂ। ਚਾਰ ਨਰਮ ਗੰਦਲਾਂ ਵਰਗੀਆਂ ਬਾਹਾਂ ਮੇਰੇ ਦੁਆਲੇ ਲਿਪਟ ਜਾਂਦੀਆਂ। ਪਹਿਲੋਂ ਮੈਂ ਉਹਨਾਂ ਦੇ ਅਥਰੂ ਪੂੰਝਦੀ, ਫਿਰ ਆਪਣੇ ਘੁੱਟ ਕੇ ਚਿਪਕਾ ਲੈਂਦੀ ਉਹਨਾਂ ਨੂੰ ਆਪਣੇ ਜਿਸਮ ਨਾਲ। ਸੋਚਦੀ ਇਹੀ ਨੇ ਪੂਰੀ ਦੁਨੀਆ ਵਿੱਚ ਮੇਰੀਆਂ ਆਪਣੀਆਂ, ਮੇਰੀਆਂ ਦੋਸਤ, ਮੇਰੀਆਂ ਹਮਦਰਦ, ਮਾਵਾਂ ਵਾਂਗੂ ਪਿਆਰ ਕਰਨ ਵਾਲੀਆਂ, ਮੇਰੇ ਦੁੱਖ ਕਲੇਸ਼ ਵਿੱਚ ਦੋਸਤਾਂ ਵਾਂਗੂ ਸ਼ਿਰਕਤ ਕਰਨ ਵਾਲੀਆਂ। ਪਰ ਹੁਣ ਲੱਗਦਾ ਏ ਕਿ ਮੈਂ ਤਦੋਂ ਸਿਰਫ ਆਪਣੇ ਹੀ ਨਜ਼ਰੀਏ ਤੋਂ ਇਸ ਰਿਸ਼ਤੇ ਨੂੰ ਤੱਕ ਰਹੀ ਸਾਂ। ਉਹ ਵਿਚਾਰੀਆਂ, ਮੇਰੀਆਂ ਖਾਮੋਸ਼ ਹਮਸਫ਼ਰ, ਉਹਨਾਂ ਦੇ ਦਿਲਾਂ ਵਿੱਚ ਕਿਹੜੇ ਤੂਫਾਨ ਘਿਰ ਰਹੇ ਹੋਣਗੇ, ਇਹਨਾਂ ਨੂੰ ਕੌਣ ਸਮਝਾ ਸਕਦਾ ਏ। ਮਾਂ ਸਾਂ ਤਾਂ ਵੀ ਸਿਰਫ ਅੰਦਾਜ਼ਾ ਹੀ ਤੇ ਲਾ ਸਕਦੀ ਸਾਂ, ਉਹਦੇ ਬਾਰੇ ਕਰ ਕੁਝ ਨਹੀਂ ਸਾਂ ਸਕਦੀ। ਕਈ ਵਾਰ ਦਿਲ ਕਰਦਾ ਕੋਈ ਇਹੋ ਜਿਹੀ ਜੁਗਤ ਹੋਵੇ ਕਿ ਹਰ ਦੁਖੀ ਮਾਂ ਆਪਣੇ ਦੁਖੀ ਬੱਚਿਆਂ ਨੂੰ ਵਾਪਸ ਆਪਣੀ ਕੁੱਖ ਦੇ ਮਹਿਫੂਜ਼ ਨਿੱਘ ਵਿੱਚ ਛੁਪਾ ਸਕੇ। ਕੀ ਪਤਾ ਕਿਸੇ ਬੌਖਲਾਏ ਮਜਬੂਰ ਪਲ ਵਿੱਚ ਕੀ ਕਹਿ ਦਿੱਤਾ ਹੋਵੇ ਕਦੇ, ਕਿਸੇ ਇਹੋ ਜਿਹੇ ਬੁਰਾਏ ਬੇਸੋਚ ਪਲ ਵਿੱਚ, ਜਦੋਂ ਮੂੰਹ ਨਿਕਲੇ ਕਿਸੇ ਲਫ਼ਜ਼ ਨੂੰ ਤੁਸੀਂ ਸੱਚਮੁੱਚ ਨਹੀਂ ਬੋਲ ਰਹੇ ਹੁੰਦੇ। ਉਹ ਸਿਰਫ ਰਿਸ਼ਤੇ ਮਵਾਦ ਵਾਂਗੂ, ਪੈਰਾਂ ਵਿੱਚ ਫਟੀ ਬਿਆਈ ਵਾਂਗੂ, ਨਹੁੰ ਵਿੱਚ ਚੁਭੀ ਛਿਲਤਰ ਵਾਂਗੂ ਤੁਹਾਡੇ ਮੂੰਹੋਂ ਹਾਈ ਕਢਵਾ ਦਿੰਦਾ ਏ।
ਉਸ ਹਾਏ ਨਾਲ ਨਾ ਤਕਲੀਫ ਘਟਦੀ ਹੈ, ਨਾ ਉਹ ਹਾਏ ਕਿਸੇ ਨੂੰ ਮਦਦ ਵਾਸਤੇ ਬੁਲਾ ਰਹੀ ਹੁੰਦੀ ਹੈ। ਉਹ ਆਪਣੀ ਹੀ ਵੇਦਨਾ ਦਾ, ਤਕਲੀਫ ਦਾ ਬੇਮਤਲਬ ਜਿਹਾ ਇਜ਼ਹਾਰ ਹੁੰਦਾ ਹੈ ਬਸ। ਪਰ ਉਹਨਾਂ ਦੋਹਾਂ ਦੇ ਕੋਮਲ ਮਨਾਂ ਵਿੱਚ ਕੀ ਪਤਾ ਮੇਰੀ ਕਿਹੜੀ ਹਾਈ ਕਿੱਲਾਂ ਵਾਂਗੂ ਠੁੱਕ ਗਈ ਹੋਵੇ। ਕੀ ਪਤਾ ਕਿਸੇ ਬੁਖਲਾਏ ਪਲ ਵਿੱਚ ਮੈਂ ਸੱਚਮੁੱਚ ਹੀ ਕਹਿ ਦਿੱਤਾ ਹੋਵੇ ਕਿ ਆਪੋ ਆਪਣੇ ਘਰੀ ਸੁੱਖ ਨਾਲ ਵਸੋਗੀਆਂ। ਪਿਆਰ ਕਰਨ ਵਾਲੇ ਖਾਵੰਦ ਤੁਹਾਨੂੰ ਮਿਲ ਜਾਣਗੇ ਤਾਂ ਮੇਰਾ ਭਾਰ ਕੀ ਪਤਾ ਕੀ ਹੋਇਆ ਹੋਵੇਗਾ। ਕਿਉਂਕਿ ਜ਼ਿੰਦਗੀ ਨੂੰ ਤੁਸੀਂ ਜਦੋਂ ਜਿਉਂਦੇ ਹੋ ਉਹਨੂੰ ਤਰਤੀਬਵਾਰ ਇਤਿਹਾਸ ਵਾਂਗੂ ਲਿਖਦੇ ਨਹੀਂ ਨਾ ਰਹੇ ਹੁੰਦੇ। ਜ਼ਿੰਦਗੀ ਨੂੰ ਜਿਉਣਾ ਤਾਂ ਬਸ ਉਗੜ ਦੁਗੜੇ ਰਾਹਾਂ 'ਤੇ ਪੈਰਾਂ ਦੀ ਧੂੜ ਉਡਾਉਂਦਿਆਂ ਤੁਰੀ ਜਾਣ ਦਾ ਨਾਂ ਏ। ਕੋਈ ਪੈਰ ਕਿਧਰੇ ਪੈਂਦਾ ਏ ਤੇ ਕੋਈ ਕਿਧਰੇ। ਪਹਿਲੋਂ ਸੋਚ ਸਮਝ ਕੇ ਰਸਤਾ ਤਰਾਸ਼ਦੇ ਹੀ ਹੋਣਗੇ ਕੁਝ ਲੋਕ। ਉਹਨਾਂ ਨੂੰ ਜਾਂਚ ਆਉਂਦੀ ਹੋਵੇਗੀ ਤਰਤੀਬਵਾਰ ਤੁਰਨ ਦੀ, ਕੋਈ ਜੁਗਤ ਹੋਵੇਗੀ ਉਹਨਾਂ ਕੋਲ। ਸਾਨੂੰ ਮੈਡਗਾਸਕਰ ਬਾਰੇ ਤੇ ਇਥੋਪੀਆ ਵਿੱਚ ਹੁੰਦੀ ਖੇਤੀ ਬਾਰੇ ਤੇ ਐਸਕੋਮੀਆ ਦੀਆਂ ਸਲੇਜਾਂ ਬਾਰੇ ਤਾਂ ਸਭ ਕੁਝ ਦੱਸਿਆ ਜਾਂਦਾ ਏ। ਦੱਸਿਆ ਜਾਂਦਾ ਏ ਕਿ A+B ਦਾ ਸਕੁਏਅਰ ਰੂਟ ਕੀ ਹੁੰਦਾ ਏ। ਤੇ ਧਰਤੀ 'ਤੇ ਕੋਈ ਅਣਦਿਸੀਆਂ ਫਰਜ਼ੀ ਲੀਕਾਂ ਵੀ ਹਨ ਜਿਨ੍ਹਾਂ ਮੁਤਾਬਿਕ ਮੌਸਮ ਤੇ ਵਕਤ ਬਦਲਦੇ ਨੇ, ਕਿ ਸਾਡੇ ਪੁਲਾੜ ਵਿੱਚ ਕਿਹੜੇ ਆਰਬਿਟਾਂ ਵਿੱਚ ਕਿਹੜੇ ਸਿਤਾਰੇ ਕਿਸ ਰਫ਼ਤਾਰ ਨਾਲ ਗਰਦਸ਼ ਕਰਦੇ ਨੇ। ਪਰ ਅੰਦਰਲੀ ਦੁਨੀਆ ਬਾਰੇ ਕੋਈ ਨਹੀਂ ਦੱਸਦਾ। ਸਾਡੀਆਂ ਫੀਲਿੰਗਸ, ਸਾਡੇ ਡਰ ਤੇ ਖੌਫ, ਗੁੱਸਾ ਤੇ ਇਕੱਲ ਤੇ ਇਹ ਸਾਰੀ ਊਟ ਪਟਾਂਗ ਵੈਸ਼ੀ ਦੁਨੀਆ ਦਾ ਸਾਡੇ ਆਸ-ਪਾਸ ਬੈਠੇ ਸਾਡੇ ਬੱਚਿਆਂ ਦੇ ਮਨਾਂ 'ਤੇ ਅਸਰ। ਆਪਣੇ ਸੁਪਨਿਆਂ ਦੇ ਖੰਡਰਾਂ ਵਿੱਚ ਅਸੀਂ ਇਕੱਲੇ ਹੀ ਖੜੋਤੇ ਰਹਿ ਜਾਂਦੇ ਹਾਂ। ਸਾਡੇ ਬੱਚੇ ਵੀ ਸ਼ਾਇਦ ਉਦੋਂ ਇਹੀ ਮਹਿਸੂਸ ਕਰਦੇ ਹੋਣਗੇ ਕਿ ਆਪਣੀਆਂ ਛੋਟੀਆਂ-ਛੋਟੀਆਂ ਖਾਸ਼ਾਂ ਤੇ ਛੋਟੀਆਂ-ਛੋਟੀਆਂ ਖੁਸ਼ੀਆਂ ਦੀ ਹੱਡਾ ਰੋੜੀ ਤੇ ਉਹ ਵੀ ਇਕੱਲੇ ਹੀ ਖੜੋਤੇ ਨੇ। ਕੁਝ ਨਹੀਂ ਕਹਿ ਸਕਦੀ, ਸਿਰਫ ਕਸੂਰਵਾਰ ਮਹਿਸੂਸ ਕਰਦੀ ਹਾਂ, ਕਸੂਰਵਾਰ ਠਹਿਰਾਂਦੀ ਹਾਂ ਆਪਣੇ ਆਪ ਨੂੰ। ਕਿਉਂ ਨਹੀਂ ਮੈਂ ਬਚਾ ਸਕੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਸੰਤਾਪ ਤੋਂ? ਕਿਉਂ ਉਹਨਾਂ ਦੇ ਅੰਦਰ ਇਹ ਅਹਿਸਾਸ ਪੈਦਾ ਹੋਣ ਦਿੱਤਾ ਕਿ ਉਹ ਵਿਆਹਾਂ ਨਾਲ ਭਾਰ ਲਵੇਗਾ? ਮੇਰੀ ਮਾਂ ਵਿੱਚ ਤੇ ਮੇਰੇ ਵਿੱਚ ਇਸ ਗੱਲੋਂ ਕੋਈ ਫਰਕ ਕਿਉਂ ਨਹੀਂ ਸੀ? ਫਰਕ ਸੀ ਤਾਂ ਸਿਰਫ ਇੰਨਾ, ਮੇਰੀ ਮਾਂ ਆਪਣੇ ਖਾਵੰਦ ਯਾਨੀ ਕਿ ਮੇਰੇ ਦਾਰ ਜੀ ਦੀ ਮਹਿਫੂਜ਼ ਵਲਗਣ ਵਿੱਚ ਰਹਿੰਦੀ ਵੀ ਮੈਨੂੰ ਭਾਰ ਸਮਝਦੀ ਜਾਂਦੀ ਸੀ ਤੇ ਮੈਂ ਆਪਣੇ ਖੌਫਾਂ ਤੋਂ ਡਰੀ ਹੋਈ, ਸਾਰਿਆਂ ਦੀ ਡਰਾਈ ਹੋਈ। ਪਰ ਮੈਂ ਕਦੇ ਵੀ ਆਪਣੇ ਆਪ ਨੂੰ ਮਾफ़ ਨਹੀਂ ਕਰ ਸਕਦੀ। ਕਾਸ਼ ਅਸੀਂ ਸਿਰਫ ਉਹੀ ਰਹਿ ਸਕਦੇ ਜੋ ਦਰਅਸਲ ਹਾਂ, ਜੋ ਸਾਡਾ ਵਿਵੇਕ ਸਾਨੂੰ ਦੱਸਦਾ ਏ, ਤੇ ਸਾਨੂੰ ਮੁਖੌਟੇ ਪਾ ਕੇ ਉਹ ਪਾਠ ਨਾ ਕਰਨੇ ਪੈਂਦੇ ਜਿਹੜੇ ਦੂਜੇ ਸਾਡੇ ਕੋਲੋਂ ਜ਼ਬਰਦਸਤੀ ਕਰਵਾਉਂਦੇ ਨੇ, ਜਾਂ ਕਮ ਅਜ਼ ਕਮ ਤਵੱਕੇ ਰੱਖਦੇ ਨੇ ਸਾਡੇ ਕੋਲੋਂ ਕਿ ਅਸੀਂ ਕਰੀਏ ਉਹ ਪਾਠ। ਪਰ ਕੀ ਇਹ ਮੁਮਕਿਨ ਹੈ? ਕਿਉਂਕਿ ਮਾਸਕਿੰਗ ਯਾਨੀ ਮੁਖੌਟਿਆਂ ਦੇ ਹੇਠਾਂ ਛੁਪਣਾ ਤਾਂ ਪੰਘੂੜੇ ਤੋਂ ਹੀ ਸ਼ੁਰੂ ਹੋ ਜਾਂਦਾ ਏ। ਮਾਂ ਦੇ ਨਾੜੂ ਤੋਂ ਗਰਦਿਸ਼ ਕਰਦਾ ਬੱਚੇ ਦੇ ਖੂਨ ਵਿੱਚ ਪਹਿਲੋਂ ਹੀ ਘੁਲ ਜਾਂਦਾ ਏ। ਵਰਨਾ ਕੈਂਡੀ ਇਹ ਕਿਸ ਤਰ੍ਹਾਂ ਕਹਿ ਦਿੰਦੀ ਕਿ ਕਰ ਦਿਓ ਮੇਰਾ ਹੀ ਵਿਆਹ, ਤੁਹਾਡਾ ਭਾਰ ਲਵੇਗਾ। ਜਿਸ ਤਰ੍ਹਾਂ ਦੀ ਤਬੀਅਤ ਦੇ ਕੇ ਮੈਨੂੰ ਪਾਲਿਆ ਗਿਆ ਸੀ, ਉਸੇ ਤਰ੍ਹਾਂ ਦੀ ਮੈਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਸੀ ਦਿੱਤੀ ਕਿ ਹਮੇਸ਼ਾ ਉਹੀ ਕੁਝ ਕਰਨਾ ਚਾਹੀਦਾ ਹੈ ਜੋ ਦੂਜਿਆਂ ਨੂੰ ਮਨਜ਼ੂਰ ਹੋਵੇ, ਕਿ ਦੂਜਿਆਂ ਨੂੰ ਖੁਸ਼ ਕਰਨ ਲਈ ਹੀ ਜ਼ਿੰਦਗੀ ਜਿਉਣੀ ਚਾਹੀਦੀ ਹੈ, ਕਿ ਇਹ ਸੋਚਣਾ ਗੁਨਾਹ ਏ ਕਿ ਬਜ਼ਾਤੇ ਖੁਦ ਸਾਨੂੰ ਕੀ ਲੋੜ ਹੈ, ਕਾਹਦੀ ਲੋੜ ਹੈ। ਇਸ ਮਨਜ਼ੂਰੀ ਲਈ ਮੈਂ ਜਿਸ ਤਰ੍ਹਾਂ ਹਮੇਸ਼ਾ ਆਪਣੇ ਆਪ ਨੂੰ ਫਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਵਿਆਹ ਤੋਂ ਪਹਿਲੋਂ ਵਿਆਹ ਤੋਂ ਮਗਰੋਂ, ਉਸ ਤਰ੍ਹਾਂ ਦੀ ਮੈਂ ਹਵਾ ਵੀ ਨਹੀਂ ਸੀ ਲੱਗਣ ਦਿੱਤੀ ਆਪਣੀਆਂ ਬੱਚੀਆਂ ਨੂੰ। ਸੋ ਬੱਚੋ ਦੇਖੋ ਉਹਨਾਂ ਨੇ ਕਿੰਨਾ ਸੋਹਣਾ ਲਿਖਿਆ, ਸਾਰੀ ਜ਼ਿੰਦਗੀ ਇਕੱਲੇ ਰਹੇ ਹੋ, ਠੀਕ ਹੈ ਨਾ। ਬਹੁਤ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਪਰ ਆਪਣੇ ਬੱਚਿਆਂ ਨੂੰ ਉਹਨਾਂ ਨੇ ਹਮੇਸ਼ਾ ਵਧੀਆ ਜ਼ਿੰਦਗੀ ਦਿੱਤੀ। ਤੇ ਹੁਣ ਇਸ ਦੇ ਨਾਲ ਜੋ ਸੰਬੰਧਿਤ ਪ੍ਰਸ਼ਨ ਉੱਤਰ ਨੇ ਉਹ ਆਪਾਂ ਕਰਦੇ ਹਾਂ ਬੱਚੋ। ਆਕਲੈਂਡ ਸਕੂਲ ਦੀ ਪ੍ਰਿੰਸੀਪਲ ਕਿਹੋ ਜਿਹੀ ਔਰਤ ਸੀ? ਲੇਖਕਾਂ ਦੀਆਂ ਬੇਟੀਆਂ ਦੇ ਸਰਟੀਫਿਕੇਟ ਦੇਖ ਕੇ ਉਸਨੇ ਕੀ ਕਿਹਾ? ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਨਾਂ ਮਿਸ ਹਕੀਮ ਸੀ। ਉਹ ਅੰਗਰੇਜ਼ੀ ਵਜਾਕਤਾ ਦੀ ਔਰਤ ਸੀ ਤੇ ਬਜ਼ੁਰਗ ਔਰਤ ਸੀ, ਸਿਆਣੀ ਲੱਗਦੀ ਸੀ। ਲੇਖਕਾਂ ਨੂੰ ਉਹ ਐਂਗਲੋ ਇੰਡੀਅਨ ਪ੍ਰਤੀਤ ਹੋਈ ਸੀ। ਉਸਨੇ ਪੂਰੀ ਉਮਰ ਆਕਲੈਂਡ ਸਕੂਲ ਵਿੱਚ ਬਿਤਾ ਦਿੱਤੀ ਸੀ। ਉਹ ਪਹਿਲਾਂ ਪੜ੍ਹਾਉਂਦੀ ਸੀ ਤੇ ਫਿਰ ਪ੍ਰਿੰਸੀਪਲ ਬਣ ਗਈ। ਜਦੋਂ ਲੇਖਕਾਂ ਨੇ ਸਾਰੀ ਗੱਲ ਕਰਦਿਆਂ ਆਪਣੇ ਬੱਚਿਆਂ ਦੇ ਬਚਪਨ ਤੋਂ ਹੁਣ ਤੱਕ ਦੇ ਸਰਟੀਫਿਕੇਟ ਦਿਖਾਏ
ਤੇ ਉਸਨੇ ਕਿਹਾ ਕਿ ਉਹਨਾਂ ਦਾ ਟੈਸਟ ਲੈ ਕੇ ਉਹਨਾਂ ਨੂੰ ਦਾਖਲ ਕਰ ਲੈਣ। ਤਾਂ ਉਸਦੇ ਸਰਟੀਫਿਕੇਟਾਂ ਤੋਂ ਲੇਖਕਾਂ ਦੀਆਂ ਧੀਆਂ ਨੂੰ ਆਪਣੀਆਂ ਜਮਾਤਾਂ ਵਿੱਚ ਹਮੇਸ਼ਾ ਟੌਪ ਕਰਦੀਆਂ ਦੇਖ ਕੇ ਇੰਨੇ ਵਧੀਆ ਨੰਬਰ ਲੈ ਕੇ ਪਾਸ ਹੋਣ ਵਾਲੀਆਂ ਬੱਚੀਆਂ ਦੇ ਟੈਸਟ ਕੀ ਲੈਣੇ, ਤਾਂ ਫਿਰ ਉਹਨਾਂ ਨੇ ਕਿਹਾ ਕਿ ਉਹ ਸਰਟੀਫਿਕੇਟ ਕਟਵਾ ਕੇ ਦਿੱਲੀ ਤੋਂ ਲੈ ਆਉਣ। ਇਸ ਤਰ੍ਹਾਂ ਉਹ ਇੱਕ ਸਿਆਣੀ ਔਰਤ ਸੀ। ਫਿਰ ਉਸ ਤੋਂ ਬਾਅਦ ਦਾਰਜੀ ਤੇ ਹੋਰ ਰਿਸ਼ਤੇਦਾਰ ਲੇਖਕਾਂ ਨੂੰ ਕੀ ਸਲਾਹ ਦਿੰਦੇ ਸਨ, ਉਹਨਾਂ ਦੀਆਂ ਗੱਲਾਂ ਸੁਣ ਕੇ ਲੇਖਕਾ ਕਿਉਂ ਡਰ ਜਾਂਦੀ ਸੀ, ਤੇ ਉਹ ਹਮੇਸ਼ਾ ਉਹਨਾਂ ਨੂੰ ਇਹੀ ਸਲਾਹ ਦਿੰਦੇ ਸਨ ਕਿ ਉਹ ਮੁੰਡਾ ਦੇਖਣਾ ਸ਼ੁਰੂ ਕਰ ਦੇਵੇ, ਕਿਉਂਕਿ 2 ਕੁੜੀਆਂ ਨੇ, ਭਾਰ ਬਹੁਤ ਆ। ਸਾਰੇ ਰਿਸ਼ਤੇਦਾਰ, ਗੁਆਂਢੀ, ਉਹਨਾਂ ਦੇ ਦਾਰਜੀ ਪਿਤਾ ਜੀ ਉਹਨਾਂ ਨੂੰ ਇਹੀ ਸਲਾਹ ਦਿੰਦੇ ਸਨ, ਠੀਕ ਹੈ ਨਾ, ਵੀ ਉਹ ਕੁੜੀਆਂ ਦਾ ਵਿਆਹ ਕਰਦੇ, ਕਿਉਂਕਿ ਪਿਤਾ ਤੋਂ ਬਿਨਾਂ ਜੋ ਵਿਆਹ ਕਰਨਾ ਬਹੁਤ ਔਖਾ ਹੁੰਦਾ। ਉਹ ਵੀ ਉਹਨਾਂ ਦੀ ਗੱਲਾਂ ਤੋਂ ਡਰ ਜਾਂਦੀ ਸੀ ਵੀ ਉਹ ਕੀ ਕਹੇਗੀ, ਵੀ ਉਹਨਾਂ ਦਾ ਪਿਤਾ ਕਿੱਥੇ ਆ, ਪਹਿਲਾਂ ਕਿੱਥੇ ਰਹਿੰਦੇ ਸਨ, ਠੀਕ ਹੈ ਨਾ। ਇਸ ਤਰ੍ਹਾਂ ਉਹ ਹਮੇਸ਼ਾ ਡਰ ਜਾਂਦੀ ਸੀ। ਅੱਗੇ ਕੈਂਡੀ ਨੇ ਵਿਆਹ ਲਈ ਕਿਉਂ ਹਾਂ ਕਰ ਦਿੱਤੀ। ਇੱਕ ਵਾਰ ਉਹਨਾਂ ਨੂੰ ਰਿਸ਼ਤਾ ਆਇਆ ਸੀ, ਨੇਵੀ ਤੋਂ ਸੀ ਇੱਕ ਮੁੰਡਾ, ਤੇ ਉਹ ਮਤਲਬ ਦੇਖਣ ਆਇਆ ਸੀ। ਅਰਪਨਾ ਤੇ ਕੈਂਡੀ ਉਹਨਾਂ ਦੇ ਬੱਚਿਆਂ ਦੇ ਨਾਂ ਸਨ। ਅਰਪਨਾ ਲਈ ਆਇਆ ਸੀ ਉਹ, ਪਰ ਉਸਨੂੰ ਕੈਂਡੀ ਪਸੰਦ ਆ ਗਈ ਸੀ। ਤਾਂ ਜਿਹੜੀ ਉਹ ਸੀਗੀ ਕੈਂਡੀ ਕਹਿੰਦੀ ਵੀ ਮੇਰਾ ਵਿਆਹ ਕਰ ਦਿਓ, ਮੈਂ ਤੁਹਾਡਾ ਭਾਰ ਹਲਕਾ ਹੋਏਗਾ। ਤਾਂ ਲੇਖਕਾ ਮਜਬੂਰ ਹੋ ਗਈ ਵੀ ਭਾਰ ਇਹਨੇ ਕਦੋਂ ਸਮਝਿਆ ਸੀ, ਹੈ ਨਾ, ਆਪਣੇ ਆਪ ਨੂੰ। ਤੁਹਾਡਾ ਭਾਰ ਲਵੇਗਾ ਅੱਧਾ, ਬੇਸ਼ੱਕ ਕਰ ਦਿਓ ਮੇਰਾ ਵਿਆਹ। ਕੈਂਡੀ ਦੇ ਸ਼ਬਦ ਸੁਣ ਕੇ ਲੇਖਕਾ ਨੇ ਕੀ ਮਹਿਸੂਸ ਕੀਤਾ। ਜਦੋਂ ਕੈਂਡੀ ਨੇ ਕਿਹਾ ਤਾਂ ਲੇਖਕਾ ਨੂੰ ਬਹੁਤ ਬੁਰਾ ਲੱਗਿਆ। ਉਹਨੇ ਕਿਹਾ ਵੀ ਹੁਣ ਤਾਂ ਇਹ ਮੇਰੇ ਬਰਾਬਰ ਹੋਈਆਂ ਸਨ, ਮੈਂ ਸੈਰ ਕਰਦੀ ਸੀ, ਮੇਰੇ ਖੰਭ ਸਨ ਇਹ, ਠੀਕ ਹੈ ਨਾ, ਤਾਂ ਮੈਂ ਹੋਰ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰਤੀ ਸੀ ਇਹਨਾਂ ਨਾਲ, ਤੇ ਇਹਨਾਂ ਨੇ ਆਪਣੇ ਆਪ ਨੂੰ ਇਹ ਕਦੋਂ ਤੋਂ ਸਮਝ ਲਿਆ ਕਿ ਇਹ ਮੇਰਾ ਭਾਰ ਹਨ। ਅਜੀਤ ਕੌਰ ਆਪਣੀਆਂ ਧੀਆਂ ਨੂੰ ਆਪਣੇ ਖੰਭ ਤੇ ਹਮਰਾਜ਼ ਦੋਸਤ ਕਿਉਂ ਕਹਿੰਦੀ ਸੀ। ਅਜੀਤ ਕੌਰ ਆਪਣੀ ਧੀਆਂ ਨੂੰ ਸਾਡੇ ਸਮਾਜ ਦੇ ਹੋਰਨਾਂ ਲੋਕਾਂ ਵਾਂਗ ਭਾਰ ਨਹੀਂ ਸੀ ਸਮਝਦੀ, ਸਗੋਂ ਉਹਨਾਂ ਨੂੰ ਆਪਣੇ ਖੰਭ, ਹਮਰਾਜ਼ ਤੇ ਦੋਸਤ ਸਮਝਦੀ ਸੀ। ਇਸ ਕਰਕੇ ਉਹ ਉਹਨਾਂ ਦੀ ਪੜ੍ਹਾਈ ਸ਼ਿਮਲੇ ਦੇ ਆਕਲੈਂਡ ਸਕੂਲ ਵਿੱਚ ਕਰਵਾਉਂਦੀ ਤੇ ਅੱਗੋਂ ਕਾਲਜ ਤੇ ਯੂਨੀਵਰਸਿਟੀ ਵਿੱਚ ਉਹਨਾਂ ਦੀ ਪੜ੍ਹਾਈ ਜਾਰੀ ਰੱਖਦੀ ਹੈ। ਉਹ ਉਹਨਾਂ ਦੇ ਵਿਆਹਾਂ ਦੀ ਕਾਹਲੀ ਨਹੀਂ ਸੀ ਕਰਦੀ, ਭਾਵੇਂ ਸਾਰੇ ਕਹਿੰਦੇ ਸਨ, ਪਰ ਫਿਰ ਵੀ ਨਹੀਂ ਸੀ ਕਾਹਲੀ ਕਰਦੀ। ਜਵਾਨ ਹੋਣ ਤੇ ਉਹ ਤਿੰਨੇ ਰਲ ਕੇ ਸੈਰ ਕਰਦੀਆਂ, ਪਿਕਚਰਾਂ ਦੇਖਦੀਆਂ, ਡਰਾਮੇ ਦੇਖਦੀਆਂ, ਐਗਜ਼ੀਬਿਸ਼ਨਾਂ ਦੇਖਦੀਆਂ, ਠੀਕ ਹੈ ਨਾ, ਕਿਤਾਬਾਂ ਪੜ੍ਹ ਕੇ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ, ਠੀਕ ਹੈ ਨਾ। ਇਸ ਕਰਕੇ ਉਹਨਾਂ ਨੂੰ ਲੱਗਦਾ ਸੀ ਵੀ ਇਹ ਮੇਰੀ ਹਮਸਫਰ ਨੇ, ਹਮਰਾਜ਼ ਨੇ, ਦੋਸਤ ਨੇ, ਠੀਕ ਹੈ ਨਾ। ਤੇ ਉਹਨਾਂ ਨਾਲ, ਕਿਉਂਕਿ ਹੁਣ ਤੱਕ ਉਹਨਾਂ ਨੇ ਔਖਾ ਟਾਈਮ ਕੱਢਿਆ ਸੀ, ਉਹਨੂੰ ਇੰਝ ਲੱਗਦਾ ਸੀ ਵੀ ਮੇਰੀਆਂ ਦੋਸਤ ਨੇ ਇਹ, ਠੀਕ ਹੈ ਨਾ। ਮੇਰੀਆਂ ਧੀਆਂ ਮੇਰੇ ਖੰਭ ਸਵੈ ਜੀਵਨੀ ਅੰਸ਼ ਵਿੱਚ ਲੇਖਕਾ ਦੀ ਜੋ ਸ਼ਖਸੀਅਤ ਉਗੜਦੀ ਹੈ ਉਸਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਮੇਰੀਆਂ ਧੀਆਂ ਮੇਰੇ ਖੰਭ ਸਵੈ ਜੀਵਨੀ ਅੰਸ਼ ਵਿੱਚ ਲੇਖਕਾ ਦੇ ਆਪਣੇ ਖਰਾਬ ਹੋ ਚੁੱਕੇ ਵਿਆਹੁਤਾ ਜੀਵਨ ਤੇ ਉਸ ਦੁਆਰਾ ਕੀਤੀ ਆਪਣੀ ਦੋਵਾਂ ਧੀਆਂ ਦੀ ਪਾਲਣਾ, ਉਹਨਾਂ ਪ੍ਰਤੀ ਆਪਣੇ ਵਿਚਾਰ ਦੇਖ ਕੇ ਪਤਾ ਲੱਗਦਾ ਵੀ ਉਹ ਬਹੁਤ ਜ਼ਿੰਦਾ ਦਿਲ ਸਨ ਤੇ ਆਪਣੀ ਬੱਚਿਆਂ ਦੀ ਜੋ ਪਰਵਰਿਸ਼ ਹੈ ਬਹੁਤ ਚੰਗੀ ਕਰਨਾ ਚਾਹੁੰਦੇ ਸਨ। ਤੇ ਉਹਨਾਂ ਨੇ ਆਪਣੇ ਬਿੱਤ ਤੋਂ ਬਾਹਰ ਹੋ ਕੇ ਆਪਣੀ ਧੀਆਂ ਨੂੰ ਤੇ ਹਿਮਾਚਲ ਦੇ ਵਿੱਚ ਸਕੂਲ ਦੇ ਵਿੱਚ ਦਾਖਲ ਕਰਵਾਇਆ ਸੀ, ਆਕਲੈਂਡ ਸਕੂਲ ਦੇ ਵਿੱਚ, ਜੋ ਕਿ ਬਹੁਤ ਮਹਿੰਗਾ ਹੁੰਦਾ ਏ। ਤੇ ਕੋਈ ਪਰ ਉਹਨਾਂ ਨੇ ਪਰਵਾਹ ਨਹੀਂ ਸੀ ਕੀਤੀ। ਉਹਨੂੰ ਲੱਗਦਾ ਸੀ ਵੀ ਮੇਰੀਆਂ ਬੱਚੀਆਂ ਮੇਰੇ ਲਈ ਸਭ ਕੁਝ ਨੇ, ਮੇਰਾ ਪੜ੍ਹਾਉਣਾ ਉਹਨਾਂ ਨੂੰ ਜ਼ਰੂਰੀ ਹੈ। ਜਦੋਂ ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ ਉਹਨਾਂ ਨੂੰ ਕਹਿੰਦੇ ਸਨ ਕਿ ਇਹਨਾਂ ਦਾ ਵਿਆਹ ਕਰ ਦਿਓ, ਤਾਂ ਉਹ ਇਸ ਗੱਲ ਤੋਂ ਬਿਲਕੁਲ ਰਾਜ਼ੀ ਨਹੀਂ ਸੀ ਹੁੰਦੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਹੋਰ ਬਣਾਉਣਾ ਚਾਹੁੰਦੇ ਸਨ ਵੀ ਉਹ ਹਲੇ ਪੜ੍ਹ ਰਹੀਆਂ ਨੇ, ਛੋਟੀਆਂ ਨੇ, ਹੈ ਨਾ, ਕਿਉਂਕਿ ਆਪਣੀ ਕੁੜੀਆਂ ਨੂੰ ਉਹਨਾਂ ਨੇ ਕਦੇ ਭਾਰ ਸਮਝਿਆ ਹੀ ਨਹੀਂ ਸੀ। ਉਹ ਜੇ ਪਰਿਵਾਰ ਤੇ ਸਮਾਜ ਤੇ ਆਲੇ ਦੁਆਲੇ ਦੀ ਵਿਸ਼ੇਸ਼ ਤਾਂ ਜੋ ਕਿ ਉਹਨਾਂ ਨੂੰ ਕਹਿੰਦੇ ਸੀ ਵੀ ਹਮੇਸ਼ਾ ਇੱਕ ਦੂਜੇ ਪਿੱਛੇ ਜ਼ਿੰਦਗੀ ਜਿਓ, ਉਹਨੂੰ ਨਕਾਰਦੇ ਸਨ। ਉਹ ਕਹਿੰਦੇ ਸਨ ਵੀ ਜ਼ਿੰਦਗੀ ਹਮੇਸ਼ਾ ਆਪਾਂ ਨੂੰ ਆਪਣੇ ਲਈ ਜਿਉਣੀ ਚਾਹੀਦੀ ਹੈ, ਵੀ ਮੇਰੀ ਮਾਂ ਨੇ ਮੈਨੂੰ ਭਾਰ ਸਮਝਿਆ ਸੀ, ਠੀਕ ਹੈ ਨਾ, ਚਾਹੇ ਇਹ ਉਹਦੇ ਪਿਤਾ ਜੀ ਉਹਦਾ ਪਿਆਰ ਕਰਦੇ ਸਨ, ਤੇ ਇਸ ਤਰ੍ਹਾਂ ਵੀ ਮੈਂ ਆਪਣੀਆਂ ਬੱਚਿਆਂ ਨੂੰ ਕਦੇ ਵੀ ਭਾਰ ਨਹੀਂ ਸਮਝਾਂਗੀ। ਇਸ ਤੋਂ ਉਹਨਾਂ ਦੀ ਸ਼ਖਸੀਅਤ ਦਾ ਪਤਾ ਲੱਗਦਾ ਵੀ ਮੁਸ਼ਕਿਲਾਂ ਦੇ ਸਾਹਮਣੇ ਵੀ ਉਹ ਝੁਕੇ ਨਹੀਂ, ਕਦੇ ਵੀ ਹਿੰਮਤ ਨਹੀਂ ਹਾਰੀ, ਸਗੋਂ ਆਪਣੇ ਬੱਚਿਆਂ ਦੀ ਜੋ ਪਰਵਰਿਸ਼ ਕੀਤੀ ਹੈ ਬਹੁਤ ਚੰਗੀ ਕੀਤੀ ਹੈ। ਤੇ ਹੁਣ ਆਪਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਦੇ ਹਾਂ ਬੱਚੋ, ਜੋ ਤੁਹਾਡੀ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਹੇ ਨੇ। ਇਹਨਾਂ ਤੋਂ ਇਲਾਵਾ ਆਪਾਂ ਤੁਹਾਨੂੰ ਹੋਰ ਪ੍ਰਸ਼ਨ ਵੀ ਦੱਸਾਂਗੇ ਤਾਂ ਜੋ ਅੱਗੇ ਜਾ ਕੇ ਤੁਹਾਡੇ ਕੰਮ ਆਉਣ। ਮੇਰੀ ਧੀਆਂ ਮੇਰੇ ਖੰਭ ਸਵੈ ਜੀਵਨੀ ਅੰਸ਼ ਕਿਹਨਾਂ ਦੀ ਰਚਨਾ ਹੈ? ਅਜੀਤ ਕੌਰ ਦੀ। ਤੇ ਕਿਹੜੀ ਸਵੈ ਜੀਵਨੀ ਦੇ ਵਿੱਚੋਂ ਲਿਆ ਗਿਆ? ਕੂੜਾ ਕਬਾੜਾ ਦੇ ਵਿੱਚੋਂ। ਲੇਖਕਾ ਦੀ ਵੱਡੀ ਧੀ ਦਾ ਨਾਂ ਕੀ ਸੀ? ਅਰਪਨਾ। ਛੋਟੀ ਦਾ ਕੈਂਡੀ। ਪਤੀ ਦਾ ਨਾਂ ਰਾਜ। ਤੇ ਲੇਖਕਾ ਨੇ ਆਪਣੀਆਂ ਧੀਆਂ ਨੂੰ ਸ਼ਿਮਲੇ ਦੇ ਕਿਹੜੇ ਸਕੂਲ ਵਿੱਚ ਦਾਖਲ ਕਰਵਾਇਆ? ਆਕਲੈਂਡ ਸਕੂਲ ਵਿੱਚ। ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਨਾਂ ਮਿਸ ਹਕੀਮ। ਸ਼ਿਮਲੇ ਜਾਣ ਤੋਂ ਪਹਿਲਾਂ ਲੇਖਕਾ ਦੀਆਂ ਧੀਆਂ ਦਿੱਲੀ ਦੇ ਕਿਹੜੇ ਸਕੂਲ ਵਿੱਚ ਪੜ੍ਹਦੀਆਂ ਸਨ? ਇਰਵਿਨ ਸਕੂਲ ਦੇ ਵਿੱਚ। ਨੇਵੀ ਵਾਲੇ ਮੁੰਡੇ ਨੇ ਅਰਪਨਾ ਦੀ ਥਾਂ ਕਿਸ ਨੂੰ ਪਸੰਦ ਕੀਤਾ ਸੀ? ਕੈਂਡੀ ਨੂੰ। ਕਿਉਂਕਿ ਕੱਦ ਉਹਨਾਂ ਦਾ ਮੇਜ ਸੀਗਾ। ਕੈਂਡੀ ਨੇ ਆਪਣਾ ਵਿਆਹ ਹੋਣ ਨਾਲ ਕਿਸ ਦਾ ਭਾਰ ਹਲਕਾ ਹੋਣਾ ਦੱਸਿਆ? ਤੇ ਲੇਖਕਾ ਦਾ। ਬਾਕੀ ਆਪਾਂ ਖਾਲੀ ਥਾਵਾਂ ਦੇਖਦੇ ਹਾਂ ਅੱਗੇ।
ਫੌਜੀ ਖੁੱਲ੍ਹੇ ਦਿਲ ਵਾਲੇ ਹੁੰਦੇ ਹਨ, ਆਮ ਲੋਕਾਂ ਵਾਂਗ ਡੈਸ਼ ਨਹੀਂ ਹੁੰਦੇ ਧੱਕੀਆਂ ਨੁੱਚੀ। ਠੀਕ ਹੈ, ਮੈਂ ਤਾਂ ਉਹਨਾਂ ਨੂੰ ਹਰ ਵੇਲੇ ਡੈਸ਼ ਵਾਂਗ ਆਪਣੇ ਖੰਭਾਂ ਹੇਠ ਲੁਕਾਈ ਫਿਰਦੀ ਹਾਂ। ਕਿਹਨਾਂ ਦੀ ਤਰ੍ਹਾਂ? ਖੰਭਾਂ ਹੇਠ ਉਹ ਸਮਝਦੀ ਸੀ ਚੂਚਿਆਂ ਦੀ ਤਰ੍ਹਾਂ। ਠੀਕ ਹੈ ਨਾ। ਜਦੋਂ ਅਜੀਤ ਕੌਰ ਆਪਣੀਆਂ ਬੇਟੀਆਂ ਨੂੰ ਸ਼ਿਮਲੇ ਛੱਡ ਕੇ ਵਾਪਸ ਜਾਣ ਲੱਗੀ ਤਾਂ ਉਹ ਡੈਸ਼ ਰੋ ਰਹੀਆਂ ਸਨ। ਅਰਪਣਾ ਫਸਟ ਆਈ ਸੀ ਡੈਸ਼ ਪੂਰੇ ਹਿਮਾਚਲ 'ਚੋਂ। ਠੀਕ ਹੈ, ਅਤੇ ਗਰੀਬੀ ਵਿੱਚ ਬੰਦਾ ਕਈ ਡੈਸ਼ ਕਰਨ ਲਈ ਮਜਬੂਰ ਹੋ ਜਾਂਦਾ ਹੈ, ਸਮਝੌਤੇ। ਬੱਚਿਆਂ ਦੇ ਕੋਮਲ ਮਨਾਂ ਵਿੱਚ ਕਦੋਂ ਕੋਈ ਡੈਸ਼ ਚੁੱਭ ਕੇ ਨਸੂਰ ਬਣ ਜਾਂਦੀ ਹੈ, ਕੌਣ ਕਹਿ ਸਕਦਾ ਹੈ? ਛਿਲਤਰ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਖਾਲੀ ਥਾਵਾਂ ਦੇਖਦੇ ਹਾਂ। ਨੇਵੀ ਵਿੱਚ ਨੌਕਰੀ ਕਰਦੇ ਮੁੰਡੇ ਨੇ ਕੈਂਡੀ ਨੂੰ ਪਸੰਦ ਕਰ ਲਿਆ। ਸਹੀ। ਲੇਖਿਕਾ ਹਰ ਐਤਵਾਰ ਨੂੰ ਦਾਰ ਜੀ ਨੂੰ ਮਿਲਣ ਲਈ ਜਾਂਦੀ ਸੀ। ਸਹੀ। ਹਰਜਿੰਦਰ ਸਿੰਘ ਬੇਦੀ ਨੇ ਲੇਖਿਕਾ ਨੂੰ ਆਪਣੀ ਧੀ ਦਾ ਵਿਆਹ ਆਪਣੇ ਬੇਟੇ ਨਾਲ ਕਰਨ ਲਈ ਕਿਹਾ। ਗਲਤ। ਆਪਣੇ ਸੁਪਨਿਆਂ ਦੇ ਖੰਡਰ ਵਿੱਚ ਅਸੀਂ ਇਕੱਲੇ ਨਹੀਂ ਖੜੋਤੇ ਹੁੰਦੇ। ਠੀਕ ਹੈ ਨਾ। ਗਲਤ। ਲੇਖਿਕਾ ਆਪਣੀਆਂ ਧੀਆਂ ਨੂੰ ਆਪਣੇ ਖੰਭ ਸਮਝਦੀ ਸੀ। ਸਹੀ। ਠੀਕ ਹੈ ਨਾ। ਇਹ ਸੀ ਬੱਚਿਓ ਛੋਟੇ ਪ੍ਰਸ਼ਨ ਉੱਤਰ, ਵੱਡੇ ਪ੍ਰਸ਼ਨ ਉੱਤਰ ਅਤੇ ਸਵੈ ਜੀਵਨੀ ਅੰਸ਼। ਉਮੀਦ ਹੈ ਕਿ ਤੁਹਾਨੂੰ ਸਮਝ ਆਏ ਹੋਣਗੇ। ਠੀਕ ਹੈ ਨਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।